Okay, so the last topic of object-oriented programming using Java is exception handling. And ਇਸ ਦੇ ਵਿੱਚ ਆਪਾਂ ਦੇਖਾਂਗੇ ਕਿ exception handling ਦਾ concept ਕੀ ਹੈ। exception handling ਦੇ ਵਿੱਚ keywords ਹੁੰਦੇ ਨੇ try, catch, finally, throw, throws, ਇਹਨਾਂ ਦਾ ਕੀ ਰੋਲ ਹੈ ਤੇ exception handling ਦੀ practically importance ਕੀ ਹੈ live projects implementation ਦੇ ਵਿੱਚ। ਹੁਣ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਵੀ exception handling basic nutshell ਦੇ ਵਿੱਚ ਕੀ ਚੀਜ਼ ਹੈ। ਐਕਸੈਪਸ਼ਨ ਹੈਂਡਲਿੰਗ ਬੇਸਿਕਲੀ ਜਿਵੇਂ ਜਾਵਾ ਦੇ ਵਿੱਚ ਕੁਝ ਐਰਰਸ ਆਪਾਂ ਨੂੰ ਮਿਲਦੇ ਆ ਜਦੋਂ ਆਪਾਂ ਪ੍ਰੋਗਰਾਮ ਕੰਪਾਈਲ ਕਰਦੇ ਆ ਜਾਂ ਰਨ ਕਰਨ ਦੀ ਕੋਸ਼ਿਸ਼ ਕਰਦੇ ਆ ਨਾਓ ਜਾਂ ਉਹਦੇ ਨਾਲ ਕੀ ਹੁੰਦਾ ਬੇਟਾ ਕਿ ਜਿਹੜੇ ਉਹ ਐਰਰਸ ਤੁਹਾਨੂੰ ਮਿਲਦੇ ਆ ਉਸ ਦੇ ਲਈ ਸਿਸਟਮ ਇੱਕ ਡਿਫਾਲਟ ਮੈਸੇजेस ਜਾਂ ਕਹਿ ਲਈਏ ਕਿ ਡਿਫਾਲਟ ਪ੍ਰੋਸੀਜਰ ਅਡਾਪਟ ਕਰਦਾ ਹੈ। ਉਹ ਡਿਫਾਲਟ ਪ੍ਰੋਸੀਜਰ ਕਈ ਵਾਰ ਯੂਜ਼ਰ ਜੋ ਹੈ ਜੋ ਯੂਜ਼ ਕਰ ਰਿਹਾ ਹੈਗਾ ਸਿਸਟਮ ਨੂੰ ਉਸ ਨੂੰ ਸਮਝ ਨਹੀਂ ਆਉਂਦਾ ਵੀ ਇੱਥੇ ਕੀ ਗਲਤੀ ਹੋਈ ਹੈ ਜਾਂ ਕੀ ਐਰਰ ਆਇਆ ਹੈਗਾ। ਤਾਂ ਉਹ ਜਿਹੜੇ ਐਰਰਸ ਨੇ ਉਹ ਜਿਹੜੀਆਂ ਆਪਾਂ ਕਹ ਲਈਏ ਕਿ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਦੇ ਵਿੱਚ ਜੋ ਦਿੱਕਤਾਂ ਆ ਰਹੀਆਂ ਨੇ ਉਹਨਾਂ ਚੀਜ਼ਾਂ ਨੂੰ ਇਸ ਤਰ੍ਹਾਂ ਹੈਂਡਲ ਕਰਨਾ ਤਾਂ ਕਿ ਇੱਕ ਯੂਜ਼ਰ ਨੂੰ ਇੱਕ ਪ੍ਰੈਜ਼ੈਂਟੇਬਲ ਵਿਊ ਦੇ ਸਕੀਏ ਤਾਂ ਕਿ ਉਹ ਸਮਝ ਸਕੇ ਵੀ ਹਾਂਜੀ ਇੱਥੇ ਕੋਈ ਦਿੱਕਤ ਆਈ ਹੈ ਇੱਥੇ ਕੋਈ ਐਕਸੈਪਸ਼ਨ ਆਈ ਹੈ। that process is called exception handling. Okay, so now the next will directly move to the chapter ਜਿਹੜਾ book ਦਾ chapter ਹੈ ਠੀਕ ਹੈ। so book already ਤੁਹਾਨੂੰ share ਕੀਤੀ ਹੋਈ ਹੈ। ਇਸ ਦੇ ਵਿੱਚ ਆਪਾਂ ਦੇਖਾਂਗੇ exception handling. so here is the chapter number 10. so ਇਸ ਦੇ ਵਿੱਚ ਦੇਖੋ ਬੇਟਾ ਇਸ ਦੀ ਅਗਰ definition ਤੇ ਆਪਾਂ ਜਾਈਏ now a java exception is an object. so ਧਿਆਨ ਰੱਖੋ ਇੱਥੇ ਆਪਾਂ ਕਹਿ ਰਹੇ ਹਾਂ ਕਿ java exception is an object that describes an exceptional which is an error condition that has occurred in a piece of code. ਇੱਕ ਕੋਡ ਦੇ ਕਿਸੇ ਪਾਰਟਿਕੂਲਰ ਪੀਸ ਦੇ ਵਿੱਚ ਕਿਸੇ ਪਾਰਟਿਕੂਲਰ ਸੈਗਮੈਂਟ ਦੇ ਵਿੱਚ ਕਿਸੇ ਪਾਰਟਿਕੂਲਰ ਪੋਰਸ਼ਨ ਦੇ ਵਿੱਚ ਅਗਰ ਕੋਈ ਐਕਸੈਪਸ਼ਨ ਆ ਗਈ ਹੈ ਕੋਈ ਐਰਰ ਆ ਗਿਆ ਹੈ ਕੋਈ ਐਕਸੈਪਸ਼ਨ ਕੰਡੀਸ਼ਨ ਆ ਗਈ ਹੈ that basically is called your exception and ਇਸ ਨੂੰ ਜੋ ਡਿਸਕ੍ਰਾਈਬ ਕਰਦਾ that is your java exception object. now ਜਦੋਂ ਇੱਕ ਐਕਸੈਪਸ਼ਨਲ ਕੰਡੀਸ਼ਨ ਆ ਜਾਂਦੀ ਹੈ ਤਾਂ ਜਿਹੜਾ ਆਬਜੈਕਟ ਉਸ ਨੂੰ ਰਿਪਰੈਜ਼ੈਂਟ ਕਰ ਰਿਹਾ ਉਸ ਨੂੰ ਸ਼ੋ ਕਰ ਰਿਹਾ ਉਹ ਐਕਸੈਪਸ਼ਨ ਕ੍ਰੀਏਟ ਕਰਦਾ ਐਂਡ ਥਰੋਨ ਇਨ ਦਾ ਮੈਥਡ ਦੈਟ ਕਾਜ਼ ਦਾ ਐਰਰ ਤੇ ਜਿਹੜੇ ਮੈਥਡ ਨੇ ਜਿਹੜੇ ਕੋਡ ਨੇ ਐਰਰ ਕਾਜ਼ ਕੀਤਾ ਉੱਥੇ ਉਸ ਨੂੰ ਕੀ ਕਰਦਾ ਥਰੋ ਕਰਦਾ। ਨਾਓ ਦੈਟ ਮੈਥਡ ਮੇ ਚੂਜ਼ ਟੂ ਹੈਂਡਲ ਦਾ ਐਕਸੈਪਸ਼ਨ ਇਟਸੈਲਫ ਔਰ ਪਾਸ ਇਟ ਔਨ। ਹੁਣ ਜਿਹੜਾ ਉਹ ਮੈਥਡ ਹੈ ਉਹ ਜਾਂ ਤਾਂ ਉਹ ਐਕਸੈਪਸ਼ਨ ਨੂੰ ਕਿਵੇਂ ਹੈਂਡਲ ਕਰਨਾ ਹੈਗਾ ਉਹ ਆਪ ਚੂਜ਼ ਕਰ ਸਕਦਾ ਹੈ ਜਾਂ ਅੱਗੇ ਪਾਸ ਕਰ ਸਕਦਾ ਹੈ ਕਿਸੇ ਵੀ ਤਰ੍ਹਾਂ ਨਾਲ ਅਗਰ ਉਹ ਕਰਦਾ ਹੈ ਜਾਂ ਫਸਟ ਵੇ ਨਾਲ ਜਾਂ ਸੈਕੰਡ ਵੇ ਨਾਲ ਐਟ ਸਮ ਪੁਆਇੰਟ ਦਾ ਐਕਸੈਪਸ਼ਨ ਇਜ਼ ਕੌਟ ਐਂਡ ਪ੍ਰੋਸੈਸਡ। ਇੱਕ ਪੁਆਇੰਟ ਤੇ ਜਾ ਕੇ ਐਕਸੈਪਸ਼ਨ ਜਿਹੜੀ ਹੈਗੀ ਆ ਉਹ ਕੀ ਹੋ ਜਾਂਦੀ ਹੈ ਕੈਚ ਹੋ ਜਾਂਦੀ ਆ ਕਿਉਂਕਿ ਜਦੋਂ ਕਿਸੇ ਨੂੰ ਥਰੋ ਕੀਤਾ ਨਾ ਜਿਵੇਂ ਆਪਾਂ ਬਾਲ ਥਰੋ ਕਰਦੇ ਹਾਂ ਤਾਂ ਬਾਲ ਥਰੋ ਕਰਕੇ ਕੋਈ ਕੈਚ ਕਰਦਾ ਸੇਮ ਵਾਈਜ਼ ਐਕਸੈਪਸ਼ਨ ਜਦੋਂ ਥਰੋ ਹੁੰਦੀ ਹੈ ਤਾਂ ਉਸਨੂੰ ਕੈਚ ਕਰਨ ਦੇ ਲਈ ਕੋਈ ਨਾ ਕੋਈ ਮੋਡਿਊਲ ਜਾਂ ਕੋਈ ਨਾ ਕੋਈ ਸਿਸਟਮ ਹੁੰਦਾ ਹੈ ਐਂਡ ਜਦੋਂ ਕੈਚ ਹੋ ਜਾਂਦੀ ਹੈ ਫਿਰ ਉਸਨੂੰ ਪ੍ਰੋਸੈਸ ਕੀਤਾ ਜਾਂਦਾ। exceptions can be generated by the java runtime system or they can be manually generated by your code. ਹੁਣ ਜਾਂ ਤਾਂ ਜਾਵਾ ਦਾ ਜਿਹੜਾ ਰਨ ਟਾਈਮ ਸਿਸਟਮ ਹੈ ਜਿਵੇਂ JRE ਹੋ ਗਿਆ ਜਾਂ ਜਿਹੜਾ ਆਪਣਾ JVM ਹੋ ਗਿਆ ਉਹ ਜਾਂ ਤਾਂ ਉਹ ਐਕਸੈਪਸ਼ਨ ਜਨਰੇਟ ਕਰਦੇ ਆ ਕਈ ਵਾਰ ਡਿਪੈਂਡਿੰਗ ਅਪਨ ਤੁਹਾਡੇ ਕੋਡ ਦੇ ਵਿੱਚ ਕੋਈ ਗਲਤੀਆਂ ਨੇ ਜਾਂ ਤੁਹਾਡਾ ਜਿਹੜਾ ਕੋਡ ਹੈ ਉਹ ਮੈਨੂਅਲੀ ਜਨਰੇਟ ਕਰ ਦਿੰਦਾ ਐਕਸੈਪਸ਼ਨ ਠੀਕ ਹੈ ਨਾ ਜਾਂ ਤੁਸੀਂ ਲਿਖਦੇ ਹੋ ਕੋਈ ਇਦਾਂ ਦਾ ਕੋਡ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਕੋਈ ਐਕਸੈਪਸ਼ਨ ਜਨਰੇਟ ਹੋਵੇ। exception thrown by java relate to fundamental errors that violate the rule of the java language or constraint of the java execution environment. ਬੇਟਾ ਐਕਸੈਪਸ਼ਨ ਕਿਉਂ ਥਰੋ ਹੁੰਦੀਆਂ ਨੇ ਦੋ ਚੀਜ਼ਾਂ ਕਰਕੇ ਇੱਕ ਤਾਂ ਜੋ ਫੰਡਾਮੈਂਟਲ ਐਰਰਸ ਨੇ ਫੰਡਾਮੈਂਟਲ ਐਰਰਸ ਮਤਲਬ ਫॉर एग्जांपल ਅਗਰ ਤੁਸੀਂ ਜਾਵਾ ਦੇ ਵਿੱਚ ਲੈਟਸ ਸੇ ਕਿਸੇ ਨੰਬਰ ਨੂੰ 0 ਨਾਲ ਡਿਵਾਈਡ ਕਰਤਾ ਜਾਂ ਕਿਸੇ ਵੀ ਲੈਂਗੁਏਜ ਤੁਸੀਂ ਨੰਬਰ ਨੂੰ 0 ਨਾਲ ਡਿਵਾਈਡ ਕਰਦੇ ਹੋ that is error ਕਿਉਂਕਿ ਤੁਸੀਂ 0 ਨਾਲ ਡਿਵਾਈਡ ਨਹੀਂ ਕਰ ਸਕਦੇ। ਓਕੇ ਨੈਕਸਟ ਇਜ਼ ਅਗਰ ਤੁਸੀਂ ਕੋਈ ਜਾਵਾ ਦਾ ਜਿਹੜਾ ਐਗਜ਼ੀਕਿਊਸ਼ਨ ਇਨਵਾਇਰਨਮੈਂਟ ਹੈ ਉਸ ਦੇ ਵਿੱਚ ਕੋਈ ਗਲਤੀ ਆ ਰਹੀ ਹੈ ਉੱਥੇ ਕੋਈ ਐਕਸੈਪਸ਼ਨ ਕ੍ਰੀਏਟ ਹੋ ਰਹੀ ਹੈ। then next is java exception handling is managed via 5 keywords ਪੰਜ keywords ਦੇ ਦੁਆਰਾ ਜਿਹੜੀ java exception handling ਹੈ ਉਹ ਮੈਨੇਜ ਕੀਤੀ ਜਾਂਦੀ ਹੈ that is try catch throw throws and finally ਆ ਪੰਜ ਨੇ try catch throw throws and finally ਇਹਨਾਂ ਨੂੰ ਆਪਾਂ ਬਾਰੀ-ਬਾਰੀ ਦੇਖਾਂਗੇ। now ਇਹ ਕਿਵੇਂ ਕੰਮ ਕਰਦੇ ਬੇਟਾ ਇਹਦਾ ਇੱਕ ਛੋਟਾ ਜਿਹਾ ਓਵਰਵਿਊ ਦੇਖ ਲਓ। program statements that you want to monitor for exception are contained within a try block. ਜਿਹੜੇ ਪ੍ਰੋਗਰਾਮ ਦੀਆਂ ਸਟੇਟਮੈਂਟਸ ਜਿਹੜੇ ਪ੍ਰੋਗਰਾਮ ਦੀਆਂ ਕੋਡ ਦੀਆਂ ਲਾਈਨਾਂ ਜਿਹੜੀਆਂ ਤੁਸੀਂ ਟੈਸਟ ਕਰਨਾ ਚਾਹੁੰਦੇ ਹੋ ਕਿ ਇਹਨਾਂ ਦੇ ਵਿੱਚ ਕੋਈ ਐਕਸੈਪਸ਼ਨ ਆ ਰਹੀ ਹੈ ਜਾਂ ਨਹੀਂ ਆ ਰਹੀ ਉਹ ਤੁਸੀਂ ਟਰਾਈ ਬਲੌਕ ਦੇ ਅੰਡਰ ਲਿਖੋਗੇ ਟਰਾਈ ਦੇ ਅੰਡਰ। ਅਗਰ ਕੋਈ ਐਕਸੈਪਸ਼ਨ ਆ ਜਾਂਦੀ ਹੈ if exception occurs within the try block
ਇਟ ਇਜ਼ ਥਰੋਨ। ਤਾਂ ਜਿਹੜੀ ਟਰਾਈ ਬਲੌਕ ਦੇ ਵਿੱਚ ਅਗਰ ਕੋਈ ਐਕਸੈਪਸ਼ਨ ਆ ਗਈ, ਉਸ ਕੋਡ ਦੇ ਵਿੱਚ ਕੋਈ ਗਲਤੀ ਆ ਗਈ, ਤਾਂ ਉਹ ਥਰੋ ਕੀਤੀ ਜਾਏਗੀ। ਐਂਡ ਉਸ ਤੋਂ ਬਾਅਦ ਫਿਰ ਚੱਲੇਗਾ ਸਾਡਾ ਕੈਚ ਬਲੌਕ। ਕੈਚ ਬਲੌਕ ਕੀ ਕਰੇਗਾ, ਉਹ ਜਿਹੜੀ ਥਰੋ ਕੀਤੀ ਹੋਈ ਐਕਸੈਪਸ਼ਨ ਹੈ ਉਸ ਨੂੰ ਕੀ ਕਰੇਗਾ, ਕੈਚ ਕਰੇਗਾ। ਨਾਓ ਸਿਸਟਮ ਜਨਰੇਟਡ ਐਕਸੈਪਸ਼ਨਸ ਆਰ ਆਟੋਮੈਟਿਕਲੀ ਥਰੋਨ ਬਾय ਜਾਵਾ ਰਨਟਾਈਮ ਸਿਸਟਮ। ਟੂ ਮੈਨੂਅਲੀ ਥਰੋ ਐਨ ਐਕਸੈਪਸ਼ਨ ਯੂਜ਼ ਦਾ ਕੀਵਰਡ ਥਰੋ। ਬੇਟਾ ਜਿਹੜੀਆਂ ਸਿਸਟਮ ਨੇ ਐਕਸੈਪਸ਼ਨ ਜਨਰੇਟ ਕੀਤੀਆਂ ਨੇ, ਜੋ ਸਿਸਟਮ ਦੇ ਥਰੂ ਐਕਸੈਪਸ਼ਨ ਜਨਰੇਟ ਹੋਈਆਂ ਨੇ, ਉਹ ਤਾਂ ਜਾਵਾ ਆਟੋਮੈਟਿਕਲੀ ਥਰੋ ਕਰਦਾ ਹੈ। ਜਿਹੜੀਆਂ ਮੈਨੂਅਲ ਐਕਸੈਪਸ਼ਨਸ ਨੇ, ਜਿਹੜੀਆਂ ਮੈਨੂਅਲੀ ਤੁਸੀਂ ਕੋਈ ਥਰੋ ਕਰ ਰਹੇ ਹੋ ਕੋਈ ਐਕਸੈਪਸ਼ਨ, ਤਾਂ ਤੁਹਾਨੂੰ ਕੀਵਰਡ ਯੂਜ਼ ਕਰਨਾ ਪਊਗਾ ਥਰੋ। ਵਨ ਬਾय वन ਆਪਾਂ ਇਹਦਾ ਜੀ ਐਗਜ਼ਾਮਪਲ ਵੀ ਦੇਖਾਂਗੇ। Now any exception that is thrown out of a method must be specified as such by throws clause। ਕੋਈ ਅਗਰ exception ਮੈਥਡ ਤੋਂ ਬਾਹਰ ਜਿਹੜੀ ਹੈ ਥਰੋ ਕੀਤੀ ਜਾਂਦੀ ਹੈ, is thrown out of the method, ਤਾਂ ਉਸ ਨੂੰ ਸਪੈਸੀਫਾਈ ਕਰਨਾ ਜ਼ਰੂਰੀ ਹੈ ਬਾय throws clause, throws ਨਾਲ। ਠੀਕ ਹੈ, ਅਦਰਵਾਈਜ਼ ਕੀ ਹੁੰਦਾ, ਜੇ ਤੁਸੀਂ ਥਰੋ ਲਿਖਦੇ ਹੋ ਤਾਂ ਮੈਥਡ ਦੇ ਵਿੱਚ ਹੀ ਕੈਚ ਹੁੰਦੀ ਹੈ। ਅਦਰਵਾਈਜ਼ ਜੇ ਤੁਸੀਂ ਉਸ ਤੋਂ ਬਾਹਰ ਕੈਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਯੂਜ਼ ਕਰਨਾ ਪਏਗਾ ਥਰੋਜ਼ ਕਲੌਜ਼। Now any code that is absolutely must be executed after a try block is try block completes is put in a finally block। ਉਸ ਤੋਂ ਬਾਅਦ ਬੇਟਾ ਆ ਜਾਂਦਾ finally। ਅਗਰ ਤੁਸੀਂ ਚਾਹੁੰਦੇ ਹੋ ਕਿ ਟਰਾਈ ਬਲੌਕ ਤੋਂ ਬਾਅਦ ਇੱਕ ਇਹੋ ਜਿਹਾ ਪੋਰਸ਼ਨ, ਇਹੋ ਜਿਹਾ ਸੈਕਸ਼ਨ ਹਮੇਸ਼ਾ ਐਗਜ਼ੀਕਿਊਟ ਹੋਵੇ, ਚੱਲੇ, ਠੀਕ ਹੈ, ਤਾਂ ਉਹ ਜਿਹੜਾ ਕੋਡ ਹੈ ਉਹ ਤੁਸੀਂ ਕਿਸ ਦੇ ਅੰਦਰ ਲਿਖੋਗੇ, ਫਾਈਨਲੀ ਦੇ ਅੰਡਰ ਲਿਖੋਗੇ। ਯਾਨੀ ਫਾਈਨਲੀ ਦਾ ਕੰਮ ਕੀ ਹੈ ਕਿ ਕੁਝ ਵੀ ਹੋਇਆ ਬਟ ਜਿਹੜਾ ਫਾਈਨਲੀ ਦੇ ਅੰਦਰ ਕੋਡ ਹੈ ਉਹ ਜ਼ਰੂਰ ਚੱਲੇਗਾ। ਹੁਣ ਤੁਸੀਂ ਬਾਰੀ-ਬਾਰੀ ਅਗਰ ਦੇਖਦੇ ਹੋ ਤਾਂ ਤੁਸੀਂ ਇੱਥੇ ਦੇਖੋ, ਜਿਵੇਂ ਆਹ ਬੇਸਿਕ ਜੀ ਚੀਜ਼ ਹੈ, ਜਿਹੜੀ ਬੇਸਿਕ ਜੀ ਚੀਜ਼ ਆਪਾਂ ਯੂਜ਼ ਕਰਾਂਗੇ। ਪਹਿਲਾਂ ਕਰਾਂਗੇ ਟਰਾਈ ਬਲੌਕ, ਕਰਲੀ ਬ੍ਰੈਕਟ ਸਟਾਰਟ, ਕਰਲੀ ਬ੍ਰੈਕਟ ਬੰਦ। ਇਸ ਦੇ ਵਿੱਚ ਆਪਾਂ ਕੀ ਕਰਾਂਗੇ, ਇਸ ਦੇ ਵਿੱਚ ਆਪਾਂ ਬਲੌਕ ਲਿਖਾਂਗੇ, ਕੋਡ ਲਿਖਾਂਗੇ ਜਿਹੜੇ ਦੇ ਵਾਸਤੇ ਅਸੀਂ ਐਰਰ ਚੈੱਕ ਕਰਨਾ ਚਾਹੁੰਦੇ ਹਾਂ। ਉਸ ਤੋਂ ਬਾਅਦ ਲਿਖਾਂਗੇ ਕੈਚ ਬਲੌਕ। ਕੈਚ ਬਲੌਕ ਦੇ ਵਿੱਚ ਅਸੀਂ ਲਿਖਾਂਗੇ ਐਕਸੈਪਸ਼ਨ ਟਾਈਪ 1। ਮੰਨ ਲਓ ਕੋਈ ਵੀ ਐਕਸੈਪਸ਼ਨ ਅਸੀਂ ਲਿਖ ਰਹੇ ਹਾਂ, ਬੇਸਿਕਲੀ ਇਹ ਬੇਟਾ ਕਲਾਸ ਹੁੰਦੀ ਹੈ, ਡਿਫਰੈਂਟ ਤਰ੍ਹਾਂ ਦੀ ਐਕਸੈਪਸ਼ਨਸ ਹੁੰਦੀਆਂ, ਤਾਂ ਡਿਫਰੈਂਟ ਤਰ੍ਹਾਂ ਦੀਆਂ ਕਲਾਸਿਸ ਹੁੰਦੀਆਂ, ਤੇ ਉਸ ਤੋਂ ਬਾਅਦ ਉਹ ਆਬਜੈਕਟ ਹੁੰਦਾ ਹੈ। ਬੇਸਿਕਲੀ ਕੀ ਕਰਦੇ ਆ, ਜਿਹੜੀ ਆ ਐਕਸੈਪਸ਼ਨ ਇੱਥੋਂ ਜਿਹੜੀ ਟਰਾਈ ਹੋ ਕੇ ਥਰੋ ਹੁੰਦੀ ਹੈ, ਉਹ ਆਹ ਵਾਲਾ ਆਬਜੈਕਟ ਕੈਚ ਕਰਦਾ ਹੈ। ਠੀਕ ਹੈ, ਇਦਾਂ ਹੀ ਇਸ ਚੋਂ ਹੋ ਸਕਦਾ ਡਿਵਾਈਡ ਬਾਈ ਜ਼ੀਰੋ ਦੀ ਵੀ ਐਕਸੈਪਸ਼ਨ ਹੋਵੇ, ਹੋ ਸਕਦਾ ਇਸ ਚ ਇੱਕ ਤੋਂ ਜ਼ਿਆਦਾ ਐਕਸੈਪਸ਼ਨ ਹੋਰ ਹੋਵੇ, ਤਾਂ ਇੱਕ ਐਕਸੈਪਸ਼ਨ ਜਿਹੜੀ ਹੈਗੀ ਉਹ ਇੱਥੇ ਹੈਂਡਲ ਹੋਗੀ, ਦੂਸਰੀ ਐਕਸੈਪਸ਼ਨ ਇੱਥੇ ਹੈਂਡਲ ਹੋਗੀ। ਇਦਾਂ ਕਰਦੇ ਕਰਦੇ ਤੁਸੀਂ ਕੈਚ ਬਲੌਕ ਜਿੰਨੇ ਚਾਹੋ ਉਨੇ ਐਡ ਕਰ ਸਕਦੇ ਹੋ। that is up to you। next is finally। finally ਦੇ ਵਿੱਚ ਬੇਟਾ ਜਿਹੜਾ ਕੋਡ ਲਿਖੋਗੇ ਉਹ ਹਮੇਸ਼ਾ ਐਗਜ਼ੀਕਿਊਟ ਹੋਏਗਾ after the try block ends। ਜਦੋਂ ਆਹ ਬਲੌਕ ਖਤਮ ਹੋ ਜਾਂਦਾ ਤਾਂ ਫਿਰ ਆਹ ਐਗਜ਼ੀਕਿਊਟ ਹੋਏਗਾ ਹੀ ਹੋਏਗਾ। okay, now beginning with the JDK7 there is another form of the try statement that supports automatic resource management। this form of try called try with resources। beta JDK7 ਤੋਂ ਬਾਅਦ ਇੱਕ ਕੁਝ ਹੋਰ different form ਵੀ ਆਈ ਹੈ like try with resources, but that is not the basic, we are covering the basic part। so ਆਪਾਂ ਇੱਥੇ basic part cover ਕਰ ਰਹੇ ਹਾਂ। so try statement ਹੈ, ਇਸ ਦੇ ਵਿੱਚ ਕੋਡ ਚੈੱਕ ਕਰੋਗੇ, ਅਗਰ ਕੋਈ ਐਕਸੈਪਸ਼ਨ ਆ ਜਾਂਦੀ ਹੈ, ਕੋਈ ਐਰਰ ਆ ਜਾਂਦਾ ਹੈ, ਤਾਂ ਉਹ ਕੈਚ ਬਲੌਕ ਦਾ ਜਿਹੜਾ ਆਬਜੈਕਟ ਹੈ ਉਹ ਕੈਚ ਕਰੇਗਾ। ਐਂਡ ਸੇਮ ਵਾਈਜ਼ ਅਗਰ ਇੱਕ ਤੋਂ ਜ਼ਿਆਦਾ ਐਕਸੈਪਸ਼ਨ ਹੈ ਤਾਂ ਦੂਸਰਾ ਬਲੌਕ ਕੈਚ ਕਰ ਸਕਦਾ, ਤੀਸਰਾ ਕਰ ਸਕਦਾ। ਐਂਡ ਫਾਈਨਲੀ ਜਿਹੜੀ ਸਟੇਟਮੈਂਟ ਹੈ ਉਹ ਸਾਡੇ ਕੋਲ ਕੀ ਕਰਦੀ ਹੈ, ਜਿਹੜਾ ਕੋਡ ਅਸੀਂ ਚਾਹੁੰਦੇ ਹਾਂ ਕਿ ਐਬਸੋਲਿਊਟਲੀ ਐਗਜ਼ੀਕਿਊਟ ਹੋਵੇ ਹੀ ਹੋਵੇ, ਉਹ ਅਸੀਂ ਇੱਥੇ ਐਡ ਕਰਾਂਗੇ। ਹਾਂਜੀ ਬੇਟਾ ਕਲੀਅਰ ਹੈ ਸਾਰਿਆਂ ਨੂੰ ਇੱਥੇ ਤੱਕ? ਐਕਸੈਪਸ਼ਨ ਦਾ ਮਤਲਬ ਪਤਾ ਲੱਗਿਆ? ਯੈਸ ਸਰ। Yes, sir. Okay ji। Now moving on to the next part, that is exception types। types ਕੀ ਨੇ ਬੇਟਾ? ਜਿੰਨੀਆਂ ਵੀ exceptions ਆਪਾਂ ਦੇਖਦੇ ਹਾਂ, all exception types are basically sub class of throwable class। ਜਾਵਾ ਦੇ ਵਿੱਚ ਇੱਕ ਬੇਟਾ ਕਲਾਸ ਹੁੰਦੀ ਹੈ throwable। ਸਾਰੀਆਂ exceptions ਇਸੇ ਤੋਂ ਹੀ ਬਣੀਆਂ ਹੋਈਆਂ ਨੇ, ਇਸੇ ਦੀਆਂ ਹੀ sub classes ਨੇ। so thus throwable is at the top of the exception class hierarchy। so throwable ਸਭ ਤੋਂ top ਤੇ ਆਂਦੀ ਹੈ, ਇੱਥੇ throwable top ਤੇ ਹੈ, and ਉਸ ਤੋਂ ਬਾਅਦ ਫਿਰ exception ਹੈ, ਕੁਝ errors ਹੈ। ਠੀਕ ਹੈ, now immediately below the throwable are two subclasses that partition exception into two distinct branches। one branch is headed by exception। this class is used for exception handling that user program should catch। this is also the class that you will subclass to create your own custom exception types। ਬੇਟਾ ਅਗਰ ਤੁਸੀਂ ਆਪਣੀਆਂ ਕੋਈ ਐਕਸੈਪਸ਼ਨ ਦੀਆਂ ਟਾਈਪਸ, ਮੈਂ ਇੱਥੇ ਐਕਸੈਪਸ਼ਨ ਦੀ ਗੱਲ ਨਹੀਂ ਕਰ ਰਿਹਾ, ਮੈਂ ਇੱਥੇ ਐਕਸੈਪਸ਼ਨ ਦੀਆਂ ਟਾਈਪਸ ਦੀ ਗੱਲ ਕਰ ਰਿਹਾ। ਅਗਰ ਤੁਸੀਂ ਆਪਣੀ ਕੋਈ ਐਕਸੈਪਸ਼ਨ ਦੀ ਟਾਈਪ ਬਣਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਆ ਜਿਹੜੀ ਕਲਾਸ ਹੈ ਇਸ ਤੋਂ ਕੀ ਕਰਨਾ ਪਏਗਾ, ਇਨਹੈਰਿਟ ਕਰਨਾ ਪਏਗਾ। ਸੋ ਦਿਸ ਵਿਲ ਬੀ ਯੂਅਰ ਬੇਸ ਕਲਾਸ। ਠੀਕ ਹੈ, ਇਸ ਦੀ ਬੇਸ ਕਲਾਸ ਕੌਣ ਹੈ? ਆ ਵਾਲੀ
throwable. Next, there is an important subclass of exception. So एक example ਲਈ ਇਹਨਾਂ ਨੇ run time exception. Run time exception ਕੀ ਹੁੰਦਾ ਬੇਟਾ, ਜਦੋਂ ਤੁਹਾਡਾ ਪ੍ਰੋਗਰਾਮ ਚੱਲਦਾ ਹੈ ਤਾਂ ਉਦੋਂ ਤੁਹਾਨੂੰ ਅਗਰ ਕੋਈ exception ਆ ਰਹੀ ਹੈ, that is called run time exception. ਇਹਨੂੰ ਇਦਾਂ ਹੀ ਲਿਖਿਆ ਜਾਂਦਾ ਬੇਟਾ, second word ਦਾ ਜੋ first letter ਹੈ capital with no space ਕੋਈ ਨਹੀਂ ਦੇਣੀ, ਠੀਕ ਹੈ। Exception of this types are automatically defined for the program that you write and include things such as division by zero and invalid array indexing. ਇਸ ਦੇ ਵਿੱਚ ਬੇਟਾ ਕੀ ਆ ਜਾਂਦੇ ਆ ਰਨ ਟਾਈਮ ਐਕਸੈਪਸ਼ਨ ਦੇ ਵਿੱਚ, ਜਿਵੇਂ ਮੰਨ ਲਓ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਅਗਰ ਤੁਸੀਂ ਕਿਸੇ ਚੀਜ਼ ਨੂੰ ਕਿਸੇ ਨੰਬਰ ਨੂੰ 0 ਨਾਲ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹੋ, ਜਾਂ ਤੁਹਾਡੇ ਕੋਲ ਇੱਕ ਐਰੇ ਹੈ, ਠੀਕ ਹੈ, ਸੋ ਤੁਹਾਡੇ ਕੋਲ ਇੱਕ ਲੈਟਸ ਸੇ ਐਰੇ ਹੈ, ਫॉर एग्जांपल ਇੱਕ ਐਰੇ ਹੈ ਤੁਹਾਡੇ ਕੋਲ A, ਠੀਕ ਹੈ, ਇਸ ਦੇ ਵਿੱਚ ਤੁਸੀਂ ਕੀ ਲਿਆ, ਇਸ ਦਾ ਸਾਈਜ਼ ਲਿਆ ਲੈਟਸ ਸੇ 10, ਠੀਕ ਹੈ, ਇਸ ਦਾ ਸਾਈਜ਼ ਲਿਆ ਤੁਸੀਂ 10। ਨਾਓ ਅਗਰ ਤੁਸੀਂ ਇਸ ਦੇ ਵਿੱਚੋਂ 11th ਐਲੀਮੈਂਟ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਠੀਕ ਹੈ, then that is invalid array indexing. ਇਹਨੂੰ ਕੀ ਕਹਾਂਗੇ ਆਪਾਂ, ਇਨਵੈਲਿਡ ਐਰੇ ਇੰਡੈਕਸਿੰਗ, ਠੀਕ ਹੈ। ਸੋ ਇਹ ਇਨਵੈਲਿਡ ਇੰਡੈਕਸਿੰਗ ਕਿਉਂ ਹੋ ਜਾਏਗਾ, ਕਿਉਂਕਿ 11 ਤਾਂ ਸਾਡੇ ਕੋਲ ਐਲੀਮੈਂਟ ਹੀ ਨਹੀਂ ਹੈਗੇ ਤੇ ਅਸੀਂ 11ਵਾਂ ਐਲੀਮੈਂਟ ਐਕਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸੋ ਦੈਟ ਇਜ਼ ਇਨਵੈਲਿਡ ਐਰੇ ਇੰਡੈਕਸਿੰਗ। ਦੂਸਰੀ ਬ੍ਰਾਂਚ ਕੀ ਹੈ ਬੇਟਾ ਇਸ ਦੀ, ਐਰਰ, which defines exceptions that are not expected to be caught under normal circumstances. Exception of type error are used by the Java runtime system to indicate error having to do with runtime environment itself. ਹੁਣ ਬੇਟਾ ਜਿਹੜੀਆਂ ਇਹ ਐਰਰਸ ਹੁੰਦੀਆਂ ਨੇ, ਜਿਹੜੀਆਂ ਇਹ ਐਰਰਸ ਹੁੰਦੀਆਂ ਨੇ, ਇਹਨਾਂ ਦਾ ਐਸ ਸੱਚ ਐਕਸੈਪਸ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਬੇਸਿਕਲੀ ਜਿਹੜੇ ਜਾਵਾ ਦਾ ਰਨ ਟਾਈਮ ਇਨਵਾਇਰਨਮੈਂਟ ਹੈ, JRE ਹੈ, ਉਸ ਦੇ ਨਾਲ ਹੀ ਰਿਲੇਟਡ ਹੁੰਦੀਆਂ ਨੇ। ਫॉर एग्जांपल ਜਿਵੇਂ ਪ੍ਰੋਗਰਾਮ ਚਲਾਉਂਦੇ ਹੋਏ, ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਕਰਦੇ ਹੋਏ, ਸਟੈਕ ਜਿਹੜਾ ਹੈ, ਸਟੈਕ ਪਤਾ ਸਾਰਿਆਂ ਨੂੰ ਬੇਟਾ, ਸਟੈਕ ਸਾਰਿਆਂ ਨੂੰ ਪਤਾ ਸਟੈਕ ਬਾਰੇ? Yes sir. ਸੋ ਬੇਟਾ ਜਿਵੇਂ ਸਟੈਕ ਦੇ ਵਿੱਚ ਹੁੰਦਾ ਨਾ ਕਿ ਆਪਾਂ ਜਦੋਂ ਕੋਈ ਵੀ ਚੀਜ਼ ਸੋਲਵ ਕਰਦੇ ਆ, ਹਰ ਇੱਕ ਚੀਜ਼ਾਂ ਜਿਹੜੀਆਂ ਸਟੈਕ ਦੇ ਉੱਪਰ ਹੈ, ਪੁਸ਼ ਹੁੰਦੀਆਂ, ਕਈ ਵਾਰ ਪੌਪ ਹੁੰਦੀਆਂ ਨੇ, ਤਾਂ ਉਹ ਜਿਹੜਾ ਸਟੈਕ ਹੈ, ਉਹ ਸਟੈਕ ਕਈ ਵਾਰ ਕੀ ਹੋ ਜਾਂਦਾ, ਓਵਰਫਲੋ ਹੋ ਜਾਂਦਾ। ਤੁਹਾਨੂੰ ਪਤਾ ਨਾ ਦੋ ਕੰਡੀਸ਼ਨਸ ਹੁੰਦੀਆਂ ਨੇ ਸਟੈਕ ਦੀਆਂ, ਓਵਰਫਲੋ ਐਂਡ ਅੰਡਰਫਲੋ, ਠੀਕ ਹੈ। ਓਵਰਫਲੋ ਹੋ ਜਾਂਦਾ ਕਈ ਵਾਰ ਸਟੈਕ ਜਿਹੜਾ, ਤਾਂ ਉਹ ਸਟੈਕ ਓਵਰਫਲੋ ਬੇਸਿਕਲੀ ਕੀ ਹੈ, ਇਟ ਇਜ਼ ਐਨ ਐਰਰ, ਇਟ ਇਜ਼ ਨਾਟ ਐਕਸੈਪਸ਼ਨ। ਸੋ ਸਟੈਕ ਓਵਰਫਲੋ ਕੀ ਹੈ, ਇੱਕ ਐਰਰ ਹੈ, ਐਕਸੈਪਸ਼ਨ ਨਹੀਂ ਹੈ। ਸੋ ਨਟਸ਼ੈਲ ਅਗਰ ਆਪਾਂ ਓਵਰਆਲ ਗੱਲ ਕਰੀਏ ਤਾਂ ਥਰੋਏਬਲ ਕਲਾਸ ਹੈ, ਥਰੋਏਬਲ ਕਲਾਸ ਦੇ ਦੋ ਪਾਰਟ ਹੁੰਦੇ ਆ, ਸਬ ਕਲਾਸਿਸ ਨੇ, ਐਕਸੈਪਸ਼ਨ ਤੇ ਐਰਰ। ਐਕਸੈਪਸ਼ਨ ਜਿਹੜੀ ਕਲਾਸ ਹੈ ਉਹ ਸਾਡੇ ਮਤਲਬ ਦੀ ਹੈ, ਅਸੀਂ ਉਸ ਨੂੰ ਦੇਖਾਂਗੇ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਬੇਟਾ ਅਨਕੌਟ ਐਕਸੈਪਸ਼ਨਸ। ਅਗਰ ਤੁਸੀਂ ਐਕਸੈਪਸ਼ਨਸ ਨੂੰ ਕੈਚ ਨਹੀਂ ਕਰਦੇ ਤਾਂ ਤੁਹਾਡੇ ਕੋਲ ਐਰਰ ਕਿੱਦਾਂ ਦੇ ਦਿਖਦੇ ਆ ਤੁਹਾਨੂੰ, ਠੀਕ ਹੈ। ਫॉर एग्जांपल ਬੇਟਾ ਇਹਨੂੰ ਪ੍ਰੋਗਰਾਮ ਨੂੰ ਦੇਖੋ, ਧਿਆਨ ਨਾਲ ਸਮਝੋ। ਇੱਥੇ ਇੱਥੇ ਆਪਣੇ ਕੋਲ ਕੀ ਹੋ ਰਿਹਾ ਹੈਗਾ, ਕਲਾਸ ਲਈ ਆਪਾਂ ਇੱਕ ਕਲਾਸ ਬਣਾ ਲਈ, ਠੀਕ ਹੈ, ਕੋਈ ਵੀ ਨਾਮ ਦੇ ਲਿਆ, ਉਸ ਤੋਂ ਬਾਅਦ ਫੰਕਸ਼ਨ ਲੈ ਲਿਆ ਪਬਲਿਕ ਸਟੈਟਿਕ ਵੋਇਡ ਮੇਨ ਸਟ੍ਰਿੰਗ ਆਰਗਸ, ਐਂਡ ਇੱਕ ਨੰਬਰ ਲੈ ਲਿਆ D0 ਐਂਡ 42/D ਕਰਤਾ ਸੀ, ਯਾਨੀ 42/0 ਹੋ ਗਿਆ। ਇੱਥੇ ਕਲੀਅਰ, ਪਤਾ ਇੱਥੇ ਲੱਗ ਗਿਆ ਪਤਾ ਬੇਟਾ ਸਾਰਿਆਂ ਨੂੰ ਇੱਥੇ ਤੱਕ? Yes sir. ਠੀਕ ਹੈ। ਇੱਥੇ ਹੁਣ ਪ੍ਰੋਬਲਮ ਕੀ ਆਏਗੀ, ਅਸੀਂ ਨੰਬਰ ਨੂੰ ਕਿਹਦੇ ਨਾਲ ਡਿਵਾਈਡ ਕਰ ਰਹੇ ਹਾਂ, 0 ਨਾਲ। ਸੋ ਇੱਥੇ ਐਰਰ ਕਿਹੜਾ ਆਏਗਾ, ਡਿਵਾਈਡ ਬਾਈ 0 ਐਰਰ, ਠੀਕ ਹੈ। ਹੁਣ ਹੋਏਗਾ ਕੀ ਬੇਟਾ, ਜਦੋਂ ਜਾਵਾ ਦੇ ਰਨ ਟਾਈਮ ਸਿਸਟਮ ਨੇ ਇਸ ਨੂੰ ਚਲਾਇਆ, ਇਹਨੂੰ ਐਰਰ ਲੱਭਿਆ, ਠੀਕ ਹੈ, ਇਹਨੂੰ ਡਿਵਾਈਡ ਬਾਈ 0 ਦੀ ਗਲਤੀ ਲੱਭ ਗਈ, ਐਂਡ ਇਹਨੇ ਕੀ ਕੀਤਾ, ਇੱਕ ਨਿਊ ਐਕਸੈਪਸ਼ਨ ਆਬਜੈਕਟ ਬਣਾ ਕੇ ਥਰੋ ਕਰਤਾ, ਐਕਸੈਪਸ਼ਨ ਥਰੋ ਹੋ ਗਈ। ਨਾਓ ਦਿਸ ਕਾਜ਼ਸ ਦਾ ਐਗਜ਼ੀਕਿਊਸ਼ਨ ਆਫ EXC0 ਟੂ ਸਟਾਪ। ਤਾਂ ਇੱਥੇ ਇਹਦੀ ਐਗਜ਼ੀਕਿਊਸ਼ਨ ਤਾਂ ਬੰਦ ਹੋਏਗੀ, ਬਿਕੋਜ਼ ਜਦੋਂ ਹੀ ਇੱਕ ਵਾਰੀ ਐਕਸੈਪਸ਼ਨ ਥਰੋ ਹੋ ਜਾਂਦੀ ਹੈ ਤਾਂ ਉਸ ਐਕਸੈਪਸ਼ਨ ਨੂੰ ਕੈਚ ਕਰਨ ਦੇ ਲਈ ਜ਼ਰੂਰ ਕੁਛ ਨਾ ਕੁਛ, ਕੋਈ ਨਾ ਕੋਈ ਹੈਂਡਲਰ ਹੋਣਾ ਚਾਹੀਦਾ, ਠੀਕ ਹੈ, ਐਂਡ ਇਸ ਨੂੰ ਡੀਲ ਕੀਤਾ ਜਾਣਾ ਚਾਹੀਦਾ ਇਮੀਡੀਏਟਲੀ। ਨਾਓ ਇਸ ਐਗਜ਼ਾਮਪਲ ਦੇ ਵਿੱਚ ਕੋਈ ਆਪਾਂ ਐਕਸੈਪਸ਼ਨ ਹੈਂਡਲਰ ਨਹੀਂ ਲਿਆ, ਇੱਥੇ ਕੋਈ ਕੈਚ ਬਲੌਕ ਨਹੀਂ ਆਪਾਂ ਡਿਫਾਈਨ ਕੀਤਾ, ਕੁਝ ਨਹੀਂ ਡਿਫਾਈਨ ਕੀਤਾ। ਤਾਂ ਹੋਏਗਾ ਕਿ ਜਿਹੜਾ ਜਾਵਾ ਦਾ ਆਪਣਾ ਡਿਫਾਲਟ ਹੈਂਡਲਰ ਹੈ, ਜੋ ਆਪਣਾ ਡਿਫਾਲਟ ਐਕਸੈਪਸ਼ਨ ਹੈਂਡਲਰ ਹੈ, ਜੋ ਉਦੋਂ ਚੱਲਦਾ ਹੈ ਜਦੋਂ ਤੁਸੀਂ ਕੁਝ ਵੀ ਡਿਫਾਈਨ ਨਹੀਂ ਕਰਦੇ, ਕੋਈ ਕੈਚ ਸਟੇਟਮੈਂਟ ਵਗੈਰਾ ਕੁਝ ਡਿਫਾਈਨ ਨਹੀਂ ਕਰਦੇ, ਤਾਂ ਇਹ ਉਦੋਂ ਚੱਲਦਾ। ਤਾਂ ਉਹ ਕੀ ਕਰੇਗਾ, ਉਹ ਆਪਣਾ ਮੈਸੇਜ ਪ੍ਰਿੰਟ ਕਰੇਗਾ। ਉਹਦਾ ਮੈਸੇਜ ਕੀ ਹੋਏਗਾ ਬੇਟਾ, ਉਹਦਾ ਮੈਸੇਜ ਕੁਝ ਏਦਾਂ ਦਾ ਹੋਏਗਾ। ਉਹ ਕੀ ਕਹੇਗਾ ਕਿ java.lang.arithmetic exception ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਕਿਸ ਤਰ੍ਹਾਂ ਦੀ ਐਕਸੈਪਸ਼ਨ ਆਈ ਹੈ, ਅਰਥਮੈਟਿਕ ਐਕਸੈਪਸ਼ਨ। ਅਰਥਮੈਟਿਕ ਕਿਹਦੇ ਨਾਲ ਰਿਲੇਟਡ ਹੈ ਬੇਟਾ, ਪਲੱਸ ਮਾਈਨਸ ਡਿਵਾਈਡ ਮਲਟੀਪਲਾਈ, ਇਹ ਸਾਰੀਆਂ ਅਰਥਮੈਟਿਕ ਹੁੰਦੀਆਂ ਨੇ। ਆਈ ਕੀ ਹੈ ਪ੍ਰੋਬਲਮ, ਡਿਵਾਈਡ ਬਾਈ 0 ਕਿੱਥੇ ਆਈ ਹੈ, ਇਸ ਪ੍ਰੋਗਰਾਮ ਦੇ ਵਿੱਚ, ਠੀਕ ਹੈ। ਐਂਡ ਜਿਹੜੀ 4 ਹੈ ਬੇਟਾ, 4 ਇਜ਼ ਦਾ ਲਾਈਨ ਨੰਬਰ, 1 ਨੰਬਰ 2 ਨੰਬਰ 3 ਨੰਬਰ ਐਂਡ 4 ਨੰਬਰ। ਸੋ 4 ਇਜ਼ ਦਾ ਲਾਈਨ ਨੰਬਰ, 4 ਲਾइन नंबर हो गया अपने को, ठीक है। सो दिस इज द वे the exception will be handled
ਅਗਰ ਤੁਸੀਂ ਕੈਚ ਬਲੌਕ ਨਹੀਂ ਡਿਫਾਈਨ ਕਰਦੇ। ਹੁਣ ਤੁਸੀਂ ਪੁੱਛੋਗੇ ਸਰ ਜੇ ਕੈਚ ਬਲੌਕ ਡਿਫਾਈਨ ਕਰ ਲੈਂਦੇ ਤਾਂ ਇੱਥੇ ਕਿੰਨਾ ਕੁ ਅਸੀਂ ਚੇਂਜ ਕਰ ਸਕਦੇ ਸੀ। ਬੇਟਾ ਉਸ ਦੇ ਵਿੱਚ ਕੀ ਕਰ ਸਕਦੇ ਸੀ, ਆਹ ਦੋ ਚੀਜ਼ਾਂ ਨੂੰ ਤੁਸੀਂ ਲਿਖੋ ਟਰਾਈ ਬਲੌਕ ਦੇ ਵਿੱਚ। ਜਦੋਂ ਤੁਸੀਂ ਇਸ ਨੂੰ ਟਰਾਈ ਦੇ ਵਿੱਚ ਲਿਖਿਆ ਤਾਂ ਟਰਾਈ ਨੇ ਕੀ ਕੀਤਾ, ਟਰਾਈ ਨੇ ਚੈੱਕ ਕਰਕੇ ਦੇਖ ਲਿਆ, ਟਰਾਈ ਨੂੰ ਪਤਾ ਲੱਗ ਗਿਆ ਕਿ ਐਰਰ ਹੈ। ਐਰਰ ਕੀ ਹੈ, ਐਕਸੈਪਸ਼ਨ ਕ੍ਰੀਏਟ ਹੋ ਗਈ, ਐਕਸੈਪਸ਼ਨ ਦਾ ਆਬਜੈਕਟ ਬਣ ਗਿਆ, ਆਬਜੈਕਟ ਥਰੋ ਹੋ ਗਿਆ। ਉਸ ਤੋਂ ਬਾਅਦ ਨੀਚੇ ਹੀ ਤੁਸੀਂ ਇਸ ਦੇ ਲਿਖ ਦੋਗੇ ਕੈਚ ਬਲੌਕ। ਸੋ ਕੈਚ ਬਲੌਕ ਦੇ ਵਿੱਚ ਤੁਸੀਂ ਡਿਫਾਈਨ ਕਰੋਗੇ ਆਪਣੀ ਐਕਸੈਪਸ਼ਨ, ਠੀਕ ਹੈ। ਕੈਚ ਬਲੌਕ ਦੇ ਵਿੱਚ ਤੁਸੀਂ ਡਿਫਾਈਨ ਕਰੋਗੇ ਐਕਸੈਪਸ਼ਨ, ਜਿਹੜੀ ਐਕਸੈਪਸ਼ਨ ਆਈ ਹੈ ਤੁਹਾਡੇ ਕੋਲੋਂ ਡਿਫਾਈਨ ਕਰੋਗੇ। ਪਲੱਸ ਹੁਣ ਉਹ ਕੈਚ ਬਲੌਕ ਦੇ ਵਿੱਚ ਤੁਸੀਂ ਆਪਣਾ ਕਸਟਮ ਮੈਸੇਜ ਦੇ ਸਕਦੇ ਹੋ, ਆਪਣੇ ਵੱਲੋਂ ਕੋਈ ਮੈਸੇਜ ਡਿਜ਼ਾਈਨ ਕਰਕੇ ਦੇ ਸਕਦੇ ਹੋ। ਅਦਰਵਾਈਜ਼ ਹਰ ਵਾਰ ਸਿਸਟਮ ਦਾ ਹੀ ਮੈਸੇਜ ਚੱਲੇਗਾ, ਠੀਕ ਹੈ। ਸਿੰਪਲ ਤੁਸੀਂ ਇੰਗਲਿਸ਼ ਲੈਂਗੁਏਜ ਚ ਬਣਾ ਸਕਦੇ ਹੋ ਕਿ ਡਿਵਾਈਡ ਬਾय 0। ਹੁਣ ਮੇਰੇ ਮੰਨ ਲਓ ਕੋਈ ਨਵਾਂ ਬੰਦਾ ਹੈਗਾ, ਉਹਨੂੰ ਆ ਪਤਾ ਹੀ ਨਹੀਂ ਲੱਗੂਗਾ ਵੀ ਆ ਸਿੰਬਲ ਦਾ ਮਤਲਬ ਕੀ ਹੈ, ਠੀਕ ਹੈ। ਤੁਹਾਨੂੰ ਤਾਂ ਪਤਾ ਲੱਗ ਗਿਆ, ਮੈਨੂੰ ਪਤਾ ਲੱਗ ਗਿਆ। ਜੇ ਕੋਈ ਨਵਾਂ ਬੰਦਾ ਉਸਨੂੰ ਪਤਾ ਹੀ ਨਹੀਂ ਲੱਗੇਗਾ ਕਿ ਡਿਵਾਈਡ ਦਾ ਸਿੰਬਲ ਹੈ ਜਾਂ ਇਸਨੂੰ ਡਿਵਾਈਡ ਲਈ ਯੂਜ਼ ਕੀਤਾ, ਉਹਨੂੰ ਤਾਂ ਸਲੈਸ਼ ਵੀ ਲੱਗੇਗਾ ਇਹ। ਹਾਂਜੀ ਕਲੀਅਰ ਹੈ ਬੇਟਾ, ਸਮਝ ਲੱਗ ਗਈ ਹੈ ਸਾਰਿਆਂ ਨੂੰ ਚੀਜ਼? yes sir, ਠੀਕ ਹੈ ਬੇਟਾ। ਉਸ ਤੋਂ ਬਾਅਦ ਬੇਟਾ ਉਹੀ ਐਗਜ਼ਾਮਪਲ ਜਿਹੜੀ ਹੈਗੀ ਆ ਤੁਹਾਨੂੰ ਮੈਂ ਦੁਬਾਰਾ ਦੱਸ ਰਿਹਾ, ਠੀਕ ਹੈ ਨਾ, ਟਰਾਈ ਐਂਡ ਕੈਚ ਦੇ ਨਾਲ। ਆ ਦੇਖੋ ਟਰਾਈ ਦੇ ਵਿੱਚ ਆਪਾਂ ਲਿਖ ਲਿਆ ਇੱਥੇ, ਠੀਕ ਹੈ। ਇਹਨੂੰ ਉਹਦੇ ਬਾਅਦ ਕੈਚ ਦੇ ਵਿੱਚ ਜਾ ਕੇ ਅਸੀਂ ਕਿਹੜੀ ਐਕਸੈਪਸ਼ਨ ਆਈ ਸੀ ਬੇਟਾ, ਅਰਥਮੈਟਿਕ ਐਕਸੈਪਸ਼ਨ ਸੀ ਨਾ ਇਹ, ਠੀਕ ਹੈ। ਤਾਂ ਅਸੀਂ ਕੈਚ ਦੇ ਵਿੱਚ ਲਿਖਾਂਗੇ ਪਹਿਲਾਂ ਅਰਥਮੈਟਿਕ ਐਕਸੈਪਸ਼ਨ, ਉਸ ਤੋਂ ਬਾਅਦ ਇੱਥੇ ਆਬਜੈਕਟ ਈ ਲਿਖ ਲਓ, OB ਲਿਖ ਲਓ, ਕੋਈ ਵੀ ਨਾਮ ਲੈ ਲਓ ਇੱਥੇ ਬੇਟਾ, ਠੀਕ ਹੈ। ਤੇ ਸਿੰਪਲ ਮੈਸੇਜ ਪ੍ਰਿੰਟ ਕਰਾ ਦਿਓ ਡਿਵੀਜ਼ਨ ਬਾय 0। ਹੁਣ ਹੋਏਗਾ ਕਿ ਤੁਹਾਡੇ ਕੋਲ ਸਿਰਫ ਇੱਕ ਬਹੁਤ ਨਾਈਸ ਜੀ ਸਟੇਟਮੈਂਟ ਪ੍ਰਿੰਟ ਹੋ ਕੇ ਆਏਗੀ, ਡਿਵੀਜ਼ਨ ਬਾय 0 ਆਫਟਰ ਕੈਚ ਸਟੇਟਮੈਂਟ, ਠੀਕ ਹੈ ਨਾ। ਆ ਦੇਖੋ ਆ ਕੈਚ ਸਟੇਟਮੈਂਟ ਆ ਗਈ ਨਾ ਬੇਟਾ। ਇਸ ਤੋਂ ਬਾਅਦ ਲਾਸਟ ਦੇ ਵਿੱਚ ਆਪਾਂ ਇੱਕ ਸਟੇਟਮੈਂਟ ਹੋਰ ਲਿਖਤੀ ਆਫਟਰ ਕੈਚ ਸਟੇਟਮੈਂਟ। ਸੋ ਜਦੋਂ ਹੀ ਇੱਥੇ ਐਰਰ ਆਇਆ, ਜਦੋਂ ਹੀ ਇੱਥੇ ਐਕਸੈਪਸ਼ਨ ਆਈ, ਐਕਸੈਪਸ਼ਨ ਦਾ ਆਬਜੈਕਟ ਥਰੋ ਹੋ ਗਿਆ, ਥਰੋ ਹੋ ਕੇ ਕਿੱਥੇ ਪਹੁੰਚ ਗਿਆ, ਇੱਥੇ ਪਹੁੰਚ ਗਿਆ। ਸਾਨੂੰ ਪਤਾ ਹੀ ਹੈ ਵੀ ਅਰਥਮੈਟਿਕ ਐਕਸੈਪਸ਼ਨ ਹੈ, ਇਸ ਕਰਕੇ ਅਸੀਂ ਕਲਾਸ ਵੀ ਅਰਥਮੈਟਿਕ ਐਕਸੈਪਸ਼ਨ ਹੀ ਲਈ ਹੈ ਇੱਥੇ। ਐਂਡ ਉਸ ਤੋਂ ਬਾਅਦ ਫਿਰ ਆਹ ਵਾਲਾ ਬਲੌਕ ਚੱਲੇਗਾ, ਯਾਨੀ ਇੱਥੇ ਮੈਸੇਜ ਪ੍ਰਿੰਟ ਹੋ ਜਾਏਗਾ ਡਿਵੀਜ਼ਨ ਬਾय 0। ਕਲੀਅਰ ਹੈ ਬੇਟਾ? ਉੱਪਰ ਮੈਸੇਜ ਪ੍ਰਿੰਟ ਹੋ ਰਿਹਾ ਸਾਰਾ ਕੁਝ, ਕਿਹੜਾ ਕੋਡ ਹੈ, ਕਿਹੜੀ ਲਾਈਨ ਹੈ, ਕਿਹੜਾ ਉਹ ਹੈ, ਸਾਰਾ ਕੁਝ ਪ੍ਰਿੰਟ ਹੋ ਰਿਹਾ। ਜੇ ਅਸੀਂ ਸਿੰਪਲ ਨਾਈਸ ਵੇ ਇੱਕ ਸਿੰਪਲ ਲਾਈਨਸ ਦੇ ਵਿੱਚ ਅਸੀਂ ਡਿਸਪਲੇ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਦਾਂ ਕਰ ਸਕਦੇ ਹਾਂ। ਹਾਂਜੀ ਬੇਸਿਕ ਪਤਾ ਲੱਗ ਗਿਆ ਬੇਟਾ ਸਾਰਿਆਂ ਨੂੰ? yes sir, ਹਾਂਜੀ ਬਾਕੀ ਕਲੀਅਰ ਹੈ ਬੇਟਾ Yes, ਸਾਰਿਆਂ ਨੂੰ? Yes, sir. ਹਾਂਜੀ ਕੋਈ ਡਾਊਟ, if there is any doubt regarding try and catch, the very basic part, because we'll cover the throws and finally part in the next lecture. ਆਪਾਂ next lecture ਦੇ ਵਿੱਚ ਉਹ ਕਵਰ ਕਰਾਂਗੇ, throws and finally। ਇੱਥੇ ਤੱਕ ਦੱਸੋ ਬੇਟਾ ਕਿਸੇ ਨੂੰ ਅਗਰ ਪ੍ਰੋਬਲਮ ਹੈ try and catch, or is it okay? no sir, Okay ਬੇਟਾ, ਠੀਕ ਹੈ। sir oh